ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਜਨ ਹੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਾਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਤੇਰੇ ਨਿਤ ਪ੍ਰਾਤ ਸਾਧ ਭੁਲੀਐ ਮੋਹ ਮਗਨ ਬਿਕਰਾਰ ਮਾਇਆ ਤੋ ਪ੍ਰਸਾਦੀ ਭੁਲੀਐ ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੋ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਆਡ ਭਵਜਨ ਫੇਰਿਆ ਬਹੁਤੇ ਫੇਰ ਪੈ ਕਿਰਪਨ ਕੋ ਆਗ ਕਿਛ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖਹੁ ਸਰਬ ਆਸਾੜੀ ਜੀਓ ਸੁਭਾਹ ਤਨ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਗੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੀ ਕੱਟੀਐ
ਸਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸਭਨਾ ਦਾ ਵਿਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨ ਜਾਣਿਆ ਸਰਖਾਰਾ ਸਗਾਹੁ। ਹੱਥ ਸਿਆਣੀ ਸੋਹਣੀ ਕਿਉ ਕੀਤੋ ਵਿਸਾਹੁ। ਕੀਤੇ ਕਾਰਨ ਪਾਕੜੀ ਕਾਲ ਅਟਲ ਸਿਰਾਹੁ। ਮਛਲੀ ਜਾਲ ਨ ਜਾਣਿਆ ਸਰਖਾਰਾ ਸਗਾਹੁ। ਹੱਥ ਸਿਆਣੀ ਸੋਹਣੀ ਕਿਉ ਕੀਤੋ ਵਿਸਾਹੁ। ਕੀਤੇ ਕਾਰਨ ਪਾਕੜੀ ਕਾਲ ਅਟਲ ਸਿਰਾਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਸ਼ਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਦੀਏ ਜੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਰਦਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹ ਅਸਵਾਰ ਦੇਵ ਦੇਵ ਦੇ ਤਨੀ ਮਰਦ ਅਗੰਬੜੇ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਕਰਦਿਆਂ ਯਾਤਰਾ ਕਰਦਿਆਂ ਸਾਹਿਬਾਨ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦੋਂ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਨ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆ ਕਰਨ ਦਾ ਪਰਮੇਸ਼ਰ ਜੀ ਨੇ ਸਤਿਗੁਰੂ ਜੀ ਨੇ ਸ਼ੁਭ ਅਵਸਰ ਪ੍ਰਦਾਨ ਕੀਤਾ ਹੈ।
ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ ਤੇ ਲੜੀਵਾਰ ਤੁਰਕੀ ਬਾਣੀ, ਅਕਾਲੀ ਬਾਣੀ, ਦਰਗਾਹੀ ਬਾਣੀ, ਖਸਮ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਰਬ ਸਾਂਝਾ ਉਪਦੇਸ਼, ਸਮੂਹ ਮਾਨਵਤਾ ਦੀ ਮਨੁੱਖਤਾ ਦੀ ਕਲਿਆਣ ਕਰਨ ਵਾਲਾ ਸਹਿਬ ਦੀ ਕੁਰਬਾਨ ਹੈ, ਬਖਸ਼ਿਸ਼ ਕਰ ਰਹੇ ਹਨ। ਜੀਵਨ ਦੀ ਇੱਕ ਅਟੱਲ ਸਜਾਈ ਹੈ ਜੋ ਤਕਰੀਬਨ ਹਰ ਧਰਮ ਇਸ ਗੱਲ ਨੂੰ ਮੰਨਦਾ ਹੈ, ਭਾਵੇਂ ਕੋਈ ਇੱਥੋਂ ਤੱਕ ਕਿ ਨਾਸਤਿਕ ਕਿਉਂ ਨਾ ਹੋਵੇ। ਉਹ ਸੱਚਾਈ ਇਹ ਹੈ ਕਿ ਜੀਵਨ ਦੀ ਸਮਾਪਤੀ ਇੱਕ ਨਾ ਇੱਕ ਦਿਨ ਅਵੱਸ਼ ਜ਼ਰੂਰ ਹੋਣੀ ਹੈ। ਕਾਲ ਮੌਤ ਹਰੇਕ ਨੂੰ ਇੱਕ ਨਾ ਇੱਕ ਦਿਨ ਆ ਕਰਕੇ ਵਿਆਪਦੀ ਹੈ। ਕਾਲ ਮੌਤ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਆਪਣੇ ਗਾਲ ਵਿੱਚ ਲੈ ਕਰਕੇ ਲੈ ਜਾਂਦੀ ਹੈ, ਖਾ ਜਾਂਦੀ ਹੈ। ਅੱਜ ਦੇ ਇਸ ਪਾਵਨ ਉਪਦੇਸ਼ ਅੰਦਰ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਤਿੰਨ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਹਨ। ਉਸ ਜੀਵਨ ਦੀ ਅਟੱਲ ਸੱਚਾਈ ਨੂੰ ਸਾਡੇ ਸਾਹਮਣੇ ਸਾਹਿਬਾਂ ਨੇ ਪ੍ਰਗਟ ਕੀਤਾ ਹੈ, ਜਿਸ ਤੋਂ ਕਦੀ ਵੀ ਕੋਈ ਕਿਸੇ ਵੀ ਧਰਮ, ਫਿਰਕੇ, ਨਸਲ, ਮਜ਼ਹਬ ਦਾ ਵਿਅਕਤੀ ਮੁਨਕਰ ਨਹੀਂ ਹੋ ਸਕਦਾ ਕਿ ਨਹੀਂ ਜੀ ਮੌਤ ਬਾਰੇ ਐਵੇਂ ਗੱਲਾਂ ਹਨ, ਐਵੇਂ ਵਿਚਾਰਾਂ ਹਨ, ਮੈਨੂੰ ਮੌਤ ਨਹੀਂ ਆਵੇਗੀ। ਮੌਤ ਦਾ ਨਾਮ ਸੁਣਦਿਆਂ ਸਾਰ ਹੀ ਜਦੋਂ ਮਨੁੱਖ ਇਸ ਨੂੰ ਮਹਿਸੂਸ ਕਰਦਾ ਹੈ, ਇੱਕ ਵਾਰੀ ਤੁਰ ਅੰਦਰੋਂ ਹਿਲਦਾ ਹੈ। ਤਾਈਂ ਸੰਸਾਰੀ ਪੱਧਰ ਤੇ ਸਿਆਣੇ ਕਹਾਉਣ ਵਾਲੇ ਮਨੁੱਖਾਂ ਨੇ ਇਹੋ ਜਿਹੇ ਸ਼ਬਦ ਯਾਦ ਕੀਤੇ, ਇਹੋ ਜਿਹੇ ਸ਼ਬਦ ਘੜੇ ਕਿ ਜੀਵਨ ਵਿੱਚੋਂ ਮੌਤ ਦੇ ਨਾਮ ਨੂੰ ਪਾਸੇ ਕਰ ਦਿੱਤਾ ਜਾਏ। ਉਹ ਕੀ ਸਨ? ਦੀਵੇ ਵਿੱਚੋਂ ਤੇਲ ਮੁੱਕ ਗਿਆ, ਦੀਵਾ ਬੁਝ ਗਿਆ, ਕਹਿੰਦੇ ਜੀ ਦੀਵਾ ਵੱਡਾ ਹੋ ਗਿਆ। ਜੇ ਕਿਤੇ ਬੁਝ ਗਿਆ ਕਹਿ ਦਿੱਤਾ ਤੇ ਕਿਤੇ ਮੌਤ ਦਾ ਧਿਆਨ ਨਾ ਜਾਏ, ਕਿਤੇ ਜੀਵਨ ਹੀ ਨਾ ਬੁਝ ਜਾਏ। ਇਹੋ ਜਿਹੇ ਬਹੁਤ ਸਾਰੇ ਸ਼ਬਦ ਸਨ ਜਿਹੜੇ ਮਨੁੱਖ ਨੇ ਚੁਣ ਕਰਕੇ ਆਪਣੇ ਜੀਵਨ ਵਿੱਚ ਰੱਖੇ ਹਨ। ਮੜੀਆਂ, ਸ਼ਮਸ਼ਾਨ ਘਾਟ, ਕਬਰਾਂ ਪਿੰਡਾਂ ਤੋਂ, ਨਗਰਾਂ ਤੋਂ ਵਾਰ-ਵਾਰ ਬਣਾਉਣ ਦਾ ਕਾਰਨ ਕੀ ਸੀ? ਉਹ ਇਹੀ ਸੀ ਕਿ ਮਨੁੱਖ ਨੇ ਬੜਾ ਯਤਨ ਕੀਤਾ ਕਿ ਇਸ ਮੌਤ ਨੂੰ ਆਪਣੇ ਜੀਵਨ ਵਿੱਚੋਂ ਪਾਸੇ ਕਰ ਦਿੱਤਾ ਜਾਏ, ਕੱਢ ਦਿੱਤਾ ਜਾਏ, ਪਰ ਵਾਰ-ਵਾਰ ਮੌਤ ਆ ਕਰਕੇ ਹਰੇਕ ਪ੍ਰਾਣੀ ਨੂੰ ਵਿਆਪਦੀ ਹੈ। ਮੌਤ ਆਪਣਾ ਪ੍ਰਭਾਵ ਹਰੇਕ ਜੀਵ ਉੱਪਰ ਪਾਉਂਦੀ ਹੈ। ਇਸ ਪਾਵਨ ਉਪਦੇਸ਼ ਅੰਦਰ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਹਨ। ਪਹਿਲੀ ਉਦਾਹਰਨ ਦਿੱਤੀ ਹੈ ਮੱਛੀ ਦੀ। ਮੱਛੀ ਪਾਣੀ ਵਿੱਚ ਰਹਿੰਦੀ ਹੈ। ਮੱਛੀ ਦਾ ਜੀਵਨ ਆਧਾਰ ਹੀ ਪਾਣੀ ਹੈ ਤੇ ਪਾਣੀ ਤੋਂ ਬਿਨਾਂ ਜਿਹੜੀ ਚੰਗੀ ਗੁਣ ਦੀ, ਚੰਗੀ ਨਸਲ ਦੀ ਮੱਛੀ ਹੈ ਉਹ ਮਰ ਖਪ ਜਾਂਦੀ ਹੈ, ਤੜਪਦੀ ਹੈ। ਜਗਤ ਜਨਮ ਹੈ ਜੀਵ ਮੀਨਨ। ਮੀਨਨ ਮੱਛੀ ਪਾਣੀ ਨੂੰ ਛੱਡ ਕੇ ਜਿਉਂਦੀ ਨਹੀਂ ਰਹਿ ਸਕਦੀ। ਭਾਵੇਂ ਕਿ ਮੱਛੀ ਦੀ ਸ਼ਕਲ ਦੀਆਂ, ਕਿਸਮ ਦੀਆਂ ਹੋਰ ਕਈ ਪ੍ਰਜਾਤੀਆਂ ਜੀਵ ਹਨ ਜੋ ਬਾਹਰ ਮਿੱਟੀ ਵਿੱਚ ਵੀ ਰਹਿ ਸਕਦੇ, ਵੇਖਣ ਨੂੰ ਜਾਪਦਾ ਸ਼ਾਇਦ ਉਹ ਵੀ ਮੱਛੀ ਹੈ, ਪਰ ਮੱਛੀ ਮੱਛੀ ਹੀ ਹੈ। ਉਹਨੂੰ ਪਾਣੀ ਤੋਂ ਬਿਨਾਂ ਤੜਪਦੀ ਹੈ। ਉਸ ਦੀ ਉਦਾਹਰਨ ਸਾਹਿਬਾਂ ਪਹਿਲਾਂ ਦਿੱਤੀ ਹੈ ਜੋ ਪਾਣੀ ਵਿੱਚ ਰਹਿਣ ਵਾਲੀ ਹੈ। ਦੂਸਰੀ ਉਦਾਹਰਨ ਦਿੱਤੀ ਹੈ ਆਕਾਸ਼ ਵਿੱਚ ਵਿਚਰਨ ਵਾਲੇ ਇੱਕ ਪੰਛੀ ਦੀ, ਜਿਸ ਨੂੰ ਸਿਚਾਨੇ ਕਿਹਾ ਹੈ। ਬਾਜ ਦੀ ਕਿਸਮ ਦਾ ਇੱਕ ਸ਼ਿਕਾਰੀ ਪੰਛੀ ਹੈ। ਆਕਾਸ਼ ਵਿੱਚ ਉਡਾਰੀਆਂ ਲਾਉਂਦੇ ਹੋਏ ਪੰਛੀਆਂ ਨੂੰ ਕਦੀ ਇਸ ਗੱਲ ਦਾ ਧਿਆਨ ਨਹੀਂ ਹੁੰਦਾ, ਚੇਤਾ ਨਹੀਂ ਹੁੰਦਾ ਕਿ ਕਦੋਂ ਆ ਕਰਕੇ ਉਸ ਸ਼ਿਕਾਰੀ ਪੰਛੀ ਸਿਚਾਨੇ, ਬਾਜ ਨੇ, ਵਹਿਰੀ ਨੇ ਸਾਡੇ ਤੇ ਝਪਟ ਮਾਰ ਕਰਕੇ ਸਾਨੂੰ ਮਾਰ ਕੇ ਖਾ ਜਾਣਾ ਹੈ। ਤੀਸਰੀ ਉਦਾਹਰਨ ਦਿੱਤੀ ਹੈ ਇੱਕ
बदक दी एक शिकारी दी जिहड़ा धरती ते फिर करके जाल लाउंदा है, पंछियां नूं खाउंदा है, फड़दा है, पकड़दा है, मारदा है। पंछी ਉਹਦੇ जाल ਦੇ ਚੋਗੇ ਨੂੰ ਵੇਖ ਕਰਕੇ ਫਸ ਜਾਂਦੇ ਹਨ, ਆਪਣੀ ਜ਼ਿੰਦਗੀ ਗਵਾ ਬੈਠਦੇ ਹਨ। ਇਹ ਤਿੰਨ ਉਦਾਹਰਨਾਂ ਦੇ ਕਰਕੇ ਸਾਨੂੰ ਸਮਝਾਉਣ ਦਾ ਸਾਹਿਬਾਂ ਨੇ ਯਤਨ ਕੀਤਾ ਹੈ ਕਿ ਕਾਸ਼ ਕਿਤੇ ਮਨੁੱਖ ਸਮਝ ਜਾਏ। ਦਿਨ ਦੇ ਪਹਿਰ ਪਹਿਰ ਦੇ ਘੜੀਆਂ ਆਪ ਘਟਾਏ ਤਨ ਸੀਜੈ, ਕਾਲ ਅਹੇਰੀ ਫਿਰੇ ਬਦਕ ਜੀ। ਕਾਲ ਨੂੰ ਸਾਹਿਬਾਂ ਨੇ ਬਾਣੀ ਅੰਦਰ ਅਹੇਰੀ ਆਖਿਆ। ਅਹੇਰੀ ਦਾ ਅਰਥ ਹੁੰਦਾ ਸ਼ਿਕਾਰੀ, ਬਦਕ ਦਾ ਅਰਥ ਵੀ ਸ਼ਿਕਾਰੀ ਹੈ। ਕਾਲ ਕਿਸ ਤਰ੍ਹਾਂ ਫਿਰਦਾ ਹੈ? ਕਾਲ ਅਹੇਰੀ, ਕਾਲ ਰੂਪੀ ਸ਼ਿਕਾਰੀ ਇਸ ਤਰ੍ਹਾਂ ਫਿਰਦਾ ਬਦਕ ਜਿਵੇਂ ਬਦਕ ਇੱਕ ਸ਼ਿਕਾਰੀ ਪੰਛੀਆਂ ਨੂੰ ਫਸਾਉਣ ਵਾਸਤੇ ਜਾਲ ਲਾ ਕਰਕੇ ਗਿਰਦਾ ਹੈ, ਯਤਨ ਕਰਦਾ ਹੈ। ਕਹੋ ਕਾਮਨ ਵਿਦ ਕੀਤੇ, ਦੱਸੋ ਖਾਂ ਕੋਈ ਵਿਧੀ, ਕੋਈ ਢੰਗ ਤਰੀਕਾ, ਕੋਈ ਉਪਾਅ ਯਤਨ ਹੈ ਕਿ ਕਾਲ ਤੋਂ ਬਚਿਆ ਜਾ ਸਕੇ, ਮੌਤ ਦੇ ਭੈ ਤੋਂ ਮੁਕਤ ਹੋਇਆ ਜਾ ਸਕੇ। ਸਹਿਬ ਕਹਿੰਦੇ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਣਦਾ, ਕਹੋ ਕੋ ਹੈ ਕਾ। ਉਹ ਦਿਨ ਮੌਤ ਦਾ ਦਿਨ ਸਾਹਿਬ ਕਹਿੰਦੇ ਨੇੜੇ ਆਉਣ ਲੱਗਾ ਹੈ। ਆਈਏ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਅੱਗਾ ਹਨੇਰਾ ਆਇਆ, ਅੱਗੋਂ ਹਨੇਰਾ ਆਇਆ, ਪਿੱਛਾ ਰਹਿਆ ਦੂਰ। ਪਿਛਲਾ ਪਹਿਲਾ ਜ਼ਿੰਦਗੀ ਦਾ ਦੂਰ ਰਹਿ ਚੁੱਕਾ, ਅਗਲਾ ਮੌਤ ਵਾਲਾ ਸਮਾਂ, ਕਾਲ ਵਾਲਾ ਸਮਾਂ, ਜ਼ਿੰਦਗੀ ਦੀ ਸਮਾਪਤੀ ਦੇ ਅੰਤ ਵਾਲਾ ਸਮਾਂ ਬਿਲਕੁਲ ਨੇੜੇ ਆ ਚੁੱਕਾ ਹੈ, ਨੇੜੇ ਆ ਪਹੁੰਚਾ ਹੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਣਦਾ। ਰਿਸ਼ਤੇਦਾਰਾਂ ਸੰਬੰਧੀਆਂ ਦਾ ਸਾਹਿਬਾਂ ਜ਼ਿਕਰ ਕੀਤਾ। ਪਹਿਲੇ ਨੰਬਰ ਤੇ ਮਾਂ, ਪਿਤਾ, ਪਿਓ, ਭਾਈ, ਭਰਾ, ਬੰਦਾ, ਇਸਤਰੀ, ਸੁਤ, ਪੁੱਤਰ, ਇਹ ਜਿੰਨੇ ਵੀ ਰਿਸ਼ਤੇਦਾਰ ਸੰਬੰਧੀ ਹਨ। ਕਹੋ ਕੌਣ ਹੈ ਕਾ, ਦੱਸੋ ਕੌਣ ਹੈ ਕੋਈ ਕਿਸੇ ਦਾ ਸਹਾਈ, ਕਿਸੇ ਦਾ ਮਦਦਗਾਰ ਜਿਹੜਾ ਕਾਲ ਤੋਂ ਕਿਸੇ ਨੂੰ ਬਚਾ ਸਕਦਾ ਹੋਵੇ। ਬਾਬਾ ਕਬੀਰ ਸਾਹਿਬ ਜੀ ਨੇ ਮੱਛੀ ਨੂੰ ਸੰਬੋਧਨ ਹੋ ਕਰਕੇ ਸਾਨੂੰ ਸਮਝਾਇਆ। 2 ਸ਼ਲੋਕ ਨੇ, 49 ਨੰਬਰ ਤੇ 50 ਨੰਬਰ ਸ਼ਲੋਕ, ਜਿਨ੍ਹਾਂ ਦੇ ਅੰਦਰ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਕਬੀਰ ਥੋੜ੍ਹੇ ਜਲ ਮਾਛਲੀ, ਜੀਵਨ ਮੇਲਿਓ ਜਾਨ, ਇਹ ਟੋਗਨੇ ਨਾ ਛੂਟ ਸਹਿ, ਫਿਰ ਕਰ ਸਮੁੰਦ ਸੰਭਾਲ। ਪਾਣੀ ਥੋੜਾ ਹੋਵੇ ਤੇ ਜੀਵਨ ਨੂੰ, ਜਾਲ ਪਾਉਣ ਵਾਲੇ ਫਤਕ ਨੂੰ ਬੜਾ ਸੌਖਾ ਹੋ ਜਾਂਦਾ ਮੱਛੀਆਂ ਫੜਨੀਆਂ। ਜਿੰਨਾ ਪਾਣੀ ਵਿਸ਼ਾਲ ਡੂੰਘਾ ਗਹਿਰਾ ਹੋਵੇ, ਮੱਛੀ ਓਨੀ ਹੀ ਜਿੱਥੇ ਖੁਸ਼ ਰਹਿੰਦੀ, ਪ੍ਰਸੰਨ ਰਹਿੰਦੀ, ਠੇਲੀਆਂ ਕਰਦੀ ਹੈ, ਉੱਥੇ ਪਕੜਨੀ ਵੀ ਸੌਖੀ ਨਹੀਂ ਹੁੰਦੀ, ਕਿਉਂਕਿ ਡੂੰਘੇ ਪਾਣੀ 'ਚ ਮੱਛੀ ਚਲੀ ਜਾਵੇ ਉਸਨੂੰ ਫੜਨਾ ਸੌਖਾ ਨਹੀਂ ਹੁੰਦਾ। ਪਾਣੀ ਥੋੜਾ ਹੋਵੇ ਤੇ ਮੱਛੀ ਛੇਤੀ ਪਕੜੀ ਜਾਂਦੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਥੋੜਾ ਜਲ ਵਾਸ਼ਰੀ, ਝੀਵਰ ਮੇਲਿਓ ਜਾਲ। ਝੀਵਰ ਨੇ ਆ ਕੇ ਜਾਲ ਪਾ ਦਿੱਤਾ। ਇਹ ਟੋਕਨੇ ਨਾ ਛੁੱਟ ਤੇ, ਟੋਕਣਾ ਹੁੰਦਾ ਹੈ ਛੱਪੜ, ਛੋਟਾ ਟੋਆ। ਇਹ ਮੱਛੀ ਤੂੰ ਇਸ ਟੋਏ ਵਿੱਚ ਨਹੀਂ ਛੁੱਟ ਸਕਦੀ, ਫਿਰ ਕਰ ਸਮੁੰਦਰ ਸੰਭਾਲ। ਸਮੁੰਦਰ ਨੂੰ ਚੇਤੇ ਕਰ, ਸਮੁੰਦਰ ਵਿੱਚ ਹੋ ਸਕਦਾ ਤੇਰਾ ਜੀਵਨ ਬਚਿਆ ਰਹੇ। ਇਹ ਸਾਨੂੰ ਸਮਝਾਇਆ ਹੈ ਕਿ ਜ਼ਿੰਦਗੀ ਦੀ ਇਹ ਜੋ ਬੇੜੀ, ਜੋ ਨੌਕਾ ਸੰਸਾਰ ਸਾਗਰ 'ਚ ਠਿਲ ਰਹੀ ਹੈ, ਪਤਾ ਨਹੀਂ ਕਦੋਂ ਡੁੱਬ ਜਾਏ, ਜ਼ਿੰਦਗੀ ਸਮਾਪਤ ਹੋ ਜਾਏ। ਇਸ ਵਾਸਤੇ ਇਹ ਜੀਵ ਰੂਪ ਮੱਛੀ ਤੂੰ ਆਪਣੇ ਸ਼ੌ ਸਾਗਰ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕਰ। ਦੇਵੀ ਦੇਵਤਿਆਂ ਦੇ ਨਿਆਏ ਜਿਹੜੇ ਛੱਪੜ ਹਨ, ਟੋਏ ਹਨ, ਉਹਨਾਂ ਦਾ ਤਿਆਗ ਕਰਕੇ ਸ਼ੌ ਸਾਗਰ ਅਕਾਲ ਪੁਰਖ ਨੂੰ ਯਾਦ ਕਰ, ਜਿਸ ਕਰਕੇ ਤੇਰਾ ਮੌਤ ਦਾ ਭੈ ਚੁੱਕਿਆ ਜਾਏ। ਅਗਲਾ ਸ਼ਲੋਕ ਹੈ ਕਬੀਰ ਸਮੁੰਦ ਨਾ ਛੋਧੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਏ। ਬਾਬਾ ਕਬੀਰ ਸਾਹਿਬ ਕਹਿੰਦੇ ਸਮੁੰਦਰ ਭਾਵੇਂ ਖਾਰਾ ਹੈ,
ਉਸ ਨੂੰ ਕਦੀ ਨਾ ਛੱਡਣਾ ਕਹੀਏ। ਅਕਾਲ ਪੁਰਖ ਦੇ ਰਾਹ ਤੇ ਤੁਰਦਿਆਂ ਦੁੱਖ ਤੇ ਸੁੱਖ ਕਸਵੱਟੀਆਂ ਜੀਣ 'ਚ ਲੱਗਦੀਆਂ ਹਨ। ਇਸ ਮਾਰਗ ਤੋਂ ਕਦੀ ਥਿੜਕੀਏ ਨਾ। ਖਾਰਾ ਹੋਣਾ ਕੀ ਹੈ ਜਿਹੜੀਆਂ ਦੁੱਖ ਤੇ ਸੁੱਖ ਆਉਂਦੇ ਕਸਵੱਟੀਆਂ ਲੱਗਦੀਆਂ ਹਨ। ਪੋਖਰ ਪੋਖਰ ਹੁੰਦੇ ਛੱਪੜ, ਛੱਪੜਾਂ ਛੱਪੜਾਂ ਤੇ ਭੜਕਦਿਆਂ ਹੋਇਆਂ ਪੋਖਰ ਪੋਖਰ ਢੂੰਡਦੇ ਭਰੋ ਨਾ ਕਹਿ ਹੈ ਕੋਈ ਤੁਹਾਨੂੰ ਕਿਸੇ ਨੇ ਚੰਗਾ ਨਹੀਂ ਆਖਣਾ ਕਿ ਫਲਾਣੇ ਛੱਪੜ ਤੇ ਅੱਜ ਉੱਥੇ ਬੈਠਾ ਸੀ, ਅੱਜ ਉੱਥੇ ਤੁਰਿਆ ਫਿਰਦਾ ਸੀ। ਛੱਪੜਾਂ ਦੀ ਨਿਆਈ ਦੇਵੀ ਦੇਵਤੇ ਹੋਰਨਾਂ ਦੀ ਕਾਦਰ ਦੀ ਕੁਦਰਤ ਦੀ ਪੂਜਾ ਵਿੱਚ ਰੁੱਝ ਜਾਣਾ ਉਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਇਸ ਵਾਸਤੇ ਮਹਾਂਪੁਰਖ ਬਾਬਾ ਕਬੀਰ ਸਾਹਿਬ ਜੀ ਨੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਲਾ ਫਲਸਫਾ, ਉਹੀ ਸਿਧਾਂਤ, ਉਹੀ ਜੀਵਨ ਜੁਗਤ ਆਪਣੇ ਪਾਵਨ ਸ਼ਲੋਕਾਂ ਦੁਆਰਾ ਸਮਝਾਉਣ ਦਾ ਪ੍ਰਾਣੀ ਨੂੰ ਯਤਨ ਕੀਤਾ ਹੈ। ਇਸ ਸਾਰੇ ਹੀ ਜੋ ਅੱਜ ਵਾਲਾ ਸ਼ਬਦ ਦਾ ਇੱਕੋ ਪ੍ਰਕਰਮ ਹੈ, ਕਿਉਂਕਿ ਕਈ ਵਾਰੀ ਇੱਕ ਸ਼ਬਦ ਦੇ ਵਿੱਚ 2 2 4 4 5 5 7 7 ਪ੍ਰਕਰਮ ਹੁੰਦੇ ਹਨ। ਪਰ ਸਾਹਿਬਾਂ ਨੇ ਇਸ ਸ਼ਬਦ ਵਿੱਚ ਜਿਹੜਾ ਮੁੱਖ ਪ੍ਰਕਰਮ ਰੱਖਿਆ ਹੈ ਉਹ ਇਹ ਹੈ, ਭਾਈ ਰੇ ਤੋ ਸਿਰ ਜਾਣੋ ਕਾਲ, ਜੋ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ। ਮਾਨਸਾ ਕਹਿੰਦੇ ਮਨੁੱਖ ਨੂੰ, ਅਚਿੰਤਾ ਹੁੰਦਾ ਅਚਨਚੇਤ, ਅਚਾਨਕ ਜਾਲ ਪੈ ਜਾਂਦਾ। ਜਿਵੇਂ ਮੱਛੀਆਂ ਨੂੰ ਕੀ ਪਤਾ ਸੀ ਕਿ ਪਾਣੀ ਵਿੱਚ ਜਾਲ ਵੀ ਪੈ ਸਕਦਾ ਹੈ, ਤੇ ਸਾਹਿਬ ਕਹਿੰਦੇ ਮੱਛੀ ਇਸ ਗੱਲ ਨੂੰ ਵਿਸਾਰ ਬੈਠੀ, ਭੁਲਾ ਬੈਠੀ ਸੀ ਕਿ ਇੱਕ ਦਿਨ ਮੌਤ ਆਉਣੀ ਹੈ। ਕਿ ਜਦੋਂ ਮੌਤ ਚੇਤੇ ਹੋਵੇ, ਅੰਤਲਾ ਸਮਾਂ ਯਾਦ ਹੋਵੇ ਜਾਂ ਪਰਮਾਤਮਾ ਯਾਦ ਹੋਵੇ, ਮਨੁੱਖ ਉਸ ਸਮੇਂ ਬੁਰਾ ਭੈੜਾ ਕਰਮ ਕਰਨ ਤੋਂ ਗੁਰੇਜ਼ ਕਰਦਾ ਹੈ, ਬਚਦਾ ਹੈ ਕਿ ਜੀਵਨ ਥੋੜ੍ਹਾ ਹੈ, ਮੈਂ ਐਸਾ ਕਿਉਂ ਕਰਨਾ। ਜਿਨ੍ਹਾਂ ਲੰਮੀਆਂ ਤਾਣੀਆਂ, ਲੰਮੀਆਂ ਸੋਚਾਂ ਸੋਚੀਆਂ, ਉਹਨਾਂ ਹੀ ਖਿਲਾਰੇ ਤੇ ਜੀਵਾਂ ਦੇ ਸਿਰ ਵੱਡੇ, ਲੁੱਟਿਆ ਫੁੱਟਿਆ ਤੇ ਜੀਵਾਂ ਨੂੰ ਬਰਬਾਦ ਕੀਤਾ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਉਹ ਬੰਦੇ ਖਿਲਾਰਾ ਨਹੀਂ ਖਿਲਾਰਦੇ ਜਿਨ੍ਹਾਂ ਨੂੰ ਸਮਝ ਪੈ ਗਈ ਕਿ ਰਾਣਾ ਰਾਓ ਨਾ ਕੋ ਰਾਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਜਿਨ੍ਹਾਂ ਨੂੰ ਸਮਝ ਪੈ ਗਈ, ਜਿਨ੍ਹਾਂ ਦੇ ਧਿਆਨ 'ਚ ਵਸ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਬਚਨ, ਜੋ ਉਪਜਿਓ ਸੋ ਬਿਰਸ ਹੈ ਪਰੋ ਆਜ ਕੈ ਕਾਲ। ਪਰੋ ਦਾ ਅਰਥ ਹੁੰਦਾ ਪਰਸੋਂ, ਆਜ ਮਨੇ ਅੱਜ, ਕਾਲ ਮਨੇ ਕੱਲ। ਇਹਨਾਂ ਤਿੰਨਾਂ ਦਿਨਾਂ ਵਿੱਚ ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ। ਸਾਹਿਬਾਂ ਨੇ ਵਾਰ-ਵਾਰ ਮੌਤ ਦਾ ਚੇਤਾ ਕਿਉਂ ਕਰਵਾਇਆ ਹੈ? ਕਿਉਂਕਿ ਮੌਤ ਇੱਕ ਅਟੱਲ ਸੱਚਾਈ ਹੈ, ਹਰ ਜੀਵ ਦੇ ਸਿਰ ਉੱਪਰ ਆ ਕਰਕੇ ਢੁਕਦੀ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮੌਤ ਰੂਪੀ ਜਿਹੜਾ ਸੱਪ ਹੈ ਨਾ, ਕਾਲ ਦਾ ਸੱਪ, ਉਹ ਹਰ ਇੱਕ ਦੇ ਸਿਰ ਉੱਪਰ ਮੰਡਰਾਉਂਦਾ ਹੈ। ਕਾਲ ਹੇਰੀ ਫਿਰੇ ਬਦਕ ਜੋ, ਜਿੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਾਲ ਬਿਆਰ ਜੋ ਪਰਿਓ ਡੋਲੇ, ਮੁਖ ਪਸਾਰੇ ਮੀਤ, ਆਜ ਕਾਲ ਪੁਨ ਤੋਹੇ ਗ੍ਰਸ ਹੈ, ਸਮਝ ਰੱਖੋ ਜੀਤ। ਕਾਲ ਦਾ ਬਿਆਰ ਹੁੰਦਾ ਸੱਪ, ਮੌਤ ਦਾ ਸੱਪ ਤੇਰੇ ਸਿਰ ਉੱਪਰ ਮੰਡਰਾਉਂਦਾ ਹੈ, ਘੁੰਮ ਰਿਹਾ ਹੈ, ਬਸ ਪਤਾ ਨਹੀਂ ਕਦੋਂ ਡੰਗ ਲਵੇ। ਤੇ ਜਦੋਂ ਨੇ ਡੰਗ ਮਾਰ ਦਿੱਤਾ ਤੇ ਸਾਹਿਬ ਕਹਿੰਦੇ ਫਿਰ ਇਹ ਜੀਵਨ ਨਹੀਂ ਬਚੇਗਾ। ਆਜ ਉਹ ਕਾਲ ਪੁਨ ਤੋਹੇ ਗ੍ਰਸ ਹੈ, ਗ੍ਰਸ ਲਵੇਗਾ। ਇਸ ਗੱਲ ਨੂੰ ਆਪਣੇ ਚੇਤੇ ਜੇਨ ਵਿੱਚ ਸਮਝ ਕਰਕੇ, ਵਸਾ ਕਰਕੇ ਰੱਖਣਾ। ਕਾਰਨ ਇਸ ਪਾਵਨ ਸ਼ਬਦ ਦੀ ਸੰਖੇਪ ਜੀ ਛੋਟੀ ਜੀ ਵਿਆਖਿਆ ਹੈ। ਜਿਵੇਂ ਗੁਰੂ ਸਾਹਿਬ ਦੀ ਇੱਕ ਇੱਕ ਪੰਕਤੀ ਦੁਆਰਾ ਉਸ ਕਾਲ ਦਾ ਜ਼ਿਕਰ ਕਰਦਿਆਂ ਹੋਇਆਂ ਸੱਚੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਕਾਲ ਦੇ ਭੈ ਤੋਂ ਮੁਕਤ ਹੋਣ ਵਾਲੀ ਅਵਸਥਾ ਜੀਵ ਨੂੰ ਪ੍ਰਾਪਤ ਹੋਵੇ, ਉਹਦਾ ਜ਼ਿਕਰ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਸਾਂਝ ਪਾਈਏ। ਸਾਰੇ ਗੁਰੂ ਮੰਤਰ ਦਾ ਜਾਪ ਕਰੀਏ, ਜਪੀਏ। ਵਾਹਿਗੁਰੂ
ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨ ਜਾਣਿਆ, ਸਰਦਾ ਰਸ ਗਾਵੋ। ਸ੍ਰੀ ਰਾਗ ਰਾਗ ਦੇ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਫਰਮਾ ਰਹੇ ਹਨ। ਮਛਲੀ ਜਾਲ ਨਾ ਜਾਣਿਆ, ਇਹ ਇਹਨਾਂ ਸ਼ਬਦਾਂ ਦੇ ਅਰਥ ਕੋਈ ਬਹੁਤੇ ਕਠਿਨ ਮਹਿੰਗੇ ਨਹੀਂ ਹਨ ਕਿ ਜਿਹੜੇ ਸਮਝ ਵਿੱਚ ਨਾ ਪੈਂਦੇ ਹੋਣ। ਆਮ ਹੀ ਅਸੀਂ ਪੰਜਾਬੀ ਵਿੱਚ ਮਛਲੀ, ਹਿੰਦੀ ਵਿੱਚ ਕਹਿੰਦੇ, ਪੰਜਾਬੀ ਵਿੱਚ ਅਸੀਂ ਸਿੱਧਾ ਹੀ ਮੱਛੀ ਆਖਦੇ ਹਾਂ। ਜਾਲ, ਜੋ ਜਾਲ ਪਾਉਂਦੇ ਨੇ ਫੜਨ ਵਾਲੇ ਮਛੇਰੇ ਲੋਕ, ਉਹਨਾਂ ਨੇ ਜਾਲ ਪਾਇਆ ਮਛੇਰਿਆਂ ਨੇ, ਪਰ ਮੱਛੀ ਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਸੀ ਕਿ ਪਾਣੀ ਵਿੱਚ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਕੋਈ ਜਾਲ ਵੀ ਪਾ ਸਕਦਾ, ਕੋਈ ਮੈਨੂੰ ਫੜ ਵੀ ਸਕਦਾ। ਤਾਈਏ ਸਾਹਿਬ ਕਹਿੰਦੇ ਮੱਛੀ ਨੇ ਪਾਣੀ ਵਿੱਚ ਅਟਕੇਲੀਆਂ ਕਰਦਿਆਂ ਹੋਇਆਂ, ਆਨੰਦ ਲੈਂਦਿਆਂ ਹੋਇਆਂ ਮੌਤ ਦਾ ਕਾਲ ਦਾ ਚੇਤਾ ਹੀ ਭੁਲਾ ਦਿੱਤਾ। ਸਰ ਖਾਰਾ ਅਸਗਾਹੋ, ਸਰ ਦਾ ਵੈਸੇ ਅਖਰੀ ਅਰਥ ਸਰੋਵਰ ਤਲਾਬ ਹੁੰਦਾ, ਪਰ ਇੱਥੇ ਸਰ ਦਾ ਅਰਥ ਹੈ ਸਮੁੰਦਰ। ਸਮੁੰਦਰ ਖਾਰਾ ਹੈ ਤੇ ਖਾਰਾ ਹੋਣ ਦਾ ਕਾਰਨ ਲਿਖਿਆ ਗ੍ਰੰਥਾਂ ਵਿੱਚ ਕਿ ਅਗਸਤ ਮੁਨੀ ਨੇ ਇੱਕ ਵਾਰੀ ਸਮੁੰਦਰ ਸਾਰਾ ਹੀ ਝੀਕ ਲਾ ਕੇ ਪੀ ਲਿਆ ਸੀ। ਜੀਵ ਜੰਤੂ ਜਦੋਂ ਤੜਫਣ ਲੱਗੇ ਉਸਨੇ ਫਿਰ ਆਪਣੇ ਪਿਸ਼ਾਬ ਦੇ ਰਾਹੀਂ ਸਮੁੰਦਰ ਦਾ ਪਾਣੀ ਬਾਹਰ ਕੱਢਿਆ, ਜਿਸ ਕਰਕੇ ਕਹਿੰਦੇ ਖਾਰਾ ਹੋ ਗਿਆ। ਇਹ ਕਥਾ ਗ੍ਰੰਥਾਂ ਵਿੱਚ ਲਿਖੀ ਹੈ। ਸੋ ਸਮੁੰਦਰ ਦੇ ਵਿੱਚ ਭਾਵੇਂ ਜਿੰਨਾ ਮਰਜੀ ਮਿੱਠਾ ਨਦੀਆਂ ਦਾ ਪਾਣੀ ਪਵੇ, ਪਰ ਸਮੁੰਦਰ ਵਿੱਚ ਪੈ ਕੇ ਉਹ ਵੀ ਖਾਰਾ ਹੋ ਜਾਂਦਾ। ਨਦੀਆਂ ਦਾ ਪਾਣੀ, ਦਰਿਆਵਾਂ ਦਾ ਪਾਣੀ ਮਿੱਠਾ ਹੁੰਦਾ, ਪਰ ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਲੂਣ ਵਾਲਾ। ਅਸਗਾਹੋ ਦਾ ਅਰਥ ਹੈ ਹੱਥ ਦੇ ਨਾਲ। ਪੁਰਾਣੇ ਸਮੇਂ 'ਚ ਬੇਨਤੀ ਕੀਤੀ ਜਾਂਦੀ ਸੀ, ਜਿਵੇਂ ਅੱਜ ਕੱਲ੍ਹ ਫੁੱਟਾਂ ਨਾਲ, ਫੀਤਿਆਂ ਨਾਲ, ਗਜਾਂ ਨਾਲ ਮਿਲਿਆ ਜਾਂਦਾ। ਪੁਰਾਣੇ ਸਮੇਂ ਵਿੱਚ ਪਹਿਲੀ ਜਿਹੜੀ ਵੱਡੀ ਉਂਗਲ ਹੈ ਉਹਦੇ ਪੋਟੇ ਤੋਂ ਲੈ ਕੇ ਅਰਖ ਤੱਕ ਮਿਣਤੀ ਜਿਹੜੀ ਸੀ, ਇੱਕ ਹੱਥ ਜਿਹੜਾ ਸੀ ਉਹ ਮਿਲਿਆ ਜਾਂਦਾ ਸੀ। ਇਹਨੂੰ ਇੱਕ ਹੱਥ ਕਹਿੰਦੇ ਸਨ। 5 ਹੱਥਾਂ ਦੀ ਇੱਕ ਕਰਮ ਹੁੰਦੀ ਸੀ। ਇਸ ਤਰੀਕੇ ਨਾਲ ਜਦੋਂ ਮਿਲਿਆ ਜਾਂਦਾ ਸੀ ਅਸਗਾਹੋ, ਉਹ ਹੱਥ ਕੋਈ ਨਹੀਂ ਹੈ ਕਿ ਜਿਹੜਾ ਸਮੁੰਦਰ ਨੂੰ ਮਿਲ ਸਕੇ ਕਿ ਸਮੁੰਦਰ ਕਿੰਨਾ ਡੂੰਘਾ ਹੈ। ਪਤਾ ਨਹੀਂ ਕਿੰਨੇ ਜਹਾਜ਼ ਉਸ ਸਮੁੰਦਰ ਵਿੱਚ ਖਚਿਤ ਹੋ ਜਾਂਦੇ ਹਨ। ਸੋ ਸਾਹਿਬਾਂ ਦੱਸਿਆ ਕਿ ਸਰ ਖਾਰਾ, ਸਮੁੰਦਰ ਜਿਹੜਾ ਖਾਰਾ ਸੀ, ਅਸਗਾਹੋ ਬੜਾ ਡੂੰਘਾ ਵਿਸ਼ਾਲ ਸੀ। ਉਸ ਸਮੁੰਦਰ 'ਚ ਰਹਿੰਦਿਆਂ ਹੋਇਆ ਮੱਛੀ ਨੇ ਜਾਲ ਨਾ ਜਾਣਿਆ ਕਿ ਇੱਥੇ ਜਾਲ ਪਵੇਗਾ। ਹੁਣ ਮੱਛੀ ਕੌਣ ਹੈ? ਜੀਵ ਰੂਪੀ ਮੱਛੀ ਹੈ। ਅਸੀਂ ਸਾਰੇ ਹੀ ਮੱਛੀ ਦੇ ਨਿਆਈ ਕਾਲ ਰੂਪੀ ਜਾਲ ਹੈ। ਸਰ ਖਾਰਾ, ਸਰ ਦਾ ਅਰਥ ਹੈ ਅਸੰਸਾਰ, ਸਮੁੰਦਰ। ਤੇ ਖਾਰਾ ਕਿਉਂ? ਵਿਸ਼ਿਆਂ ਵਿਕਾਰਾਂ ਦੇ ਕਾਰਨ ਖਾਰਾ। ਸਗਾਹ ਦਾ ਅਰਥ ਹੈ ਇਹਦਾ ਅੰਤ ਕੋਈ ਨਹੀਂ ਹੈ। ਸੰਸਾਰ ਦਾ, ਸ੍ਰਿਸ਼ਟੀ ਦਾ ਕੋਈ ਅੰਤ ਪਾਰਾਵਾਰ ਨਹੀਂ। ਵਿਸ਼ਿਆਂ ਵਿਕਾਰਾਂ ਦੇ ਕਾਰਨ ਸੰਸਾਰ ਸਮੁੰਦਰ ਖਾਰਾ ਹੈ ਬੜਾ ਡੂੰਘਾ। ਜੀਵ ਰੂਪੀ ਮੱਛੀ ਨੇ ਇਸ ਸੰਸਾਰ 'ਚ ਰਹਿੰਦਿਆਂ ਹੋਇਆਂ ਮੌਤ ਰੂਪੀ ਜਾਲ ਨੂੰ, ਕਾਲ ਨੂੰ ਨਾ ਜਾਣਨਾ ਕੀਤਾ। ਹੱਥ ਸਿਆਣੀ ਸੋਹਣੀ ਕਿਉ ਕੀਤੋ ਵਿਸਾਰ। ਮੱਛੀ ਕਹਿੰਦੇ ਬੜੇ ਅੱਤ ਸਿਆਣੀ ਸਮਝਦਾਰ ਸੀ। ਕਈ ਵਾਰੀ ਕੁੰਡੀ ਤੇ ਮਾਸ ਲਾਇਆ ਹੋਵੇ ਤੇ ਮੂੰਹ ਜਿਹਾ ਮਾਰ ਕੇ ਪਿਛਾਂ ਭੱਜ ਜਾਂਦੀ। ਸਿਆਣੀ ਨੂੰ ਪਤਾ ਲੱਗ ਜਾਂਦਾ ਸ਼ਾਇਦ ਕਿ ਇਹਦੇ ਵਿੱਚ ਹੋ ਸਕਦਾ ਹੈ ਕਿ ਕੋਈ ਐਸੀ ਚੀਜ਼ ਹੋਵੇ ਜੋ ਮੇਰਾ ਨੁਕਸਾਨ ਕਰੇ। ਛੇਤੀ ਕੀਤੇ ਮੱਛੀ ਮਾਸ ਨੂੰ, ਕੁੰਡੀ ਨੂੰ ਮੂੰਹ ਨਹੀਂ ਲਾਉਂਦੀ, ਪਰ ਕਈ ਵਾਰੀ ਜ਼ਿਆਦਾ ਹੀ ਚਸਕਾ, ਕਿਉਂਕਿ ਉਹਨੂੰ ਜ਼ੁਬਾਨ ਦਾ ਰਸ ਹੈ, ਸਿੱਧਾ ਹੀ ਆ ਕੇ ਨਿਗਲ ਲੈਂਦੀ ਹੈ ਤੇ ਫਸ ਜਾਂਦੀ ਹੈ। ਇਸੇ ਤਰ੍ਹਾਂ ਹੈ ਜੀਵ ਰੂਪੀ ਮੱਛੀ ਅੱਤ ਸਿਆਣੀ ਹੈ ਤਾਂ ਸਿਆਣੀ ਸੀ। ਬਾਕੀ ਜੂਨਾਂ ਦੇ ਵਿੱਚੋਂ ਮਨੁੱਖਾ ਜੂਨ ਨੂੰ ਸਿਆਣਾ ਤੇ ਸਮਝਦਾਰ ਤੇ ਸੋਹਣਾ ਬਾਣੀ 'ਚ ਲਿਖਿਆ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਮਰ ਜੋਨ ਤੇਰੀ ਪਨਿਹਾਰੀ। ਬੰਦਾ ਸਰਦਾਰ ਹੈ, ਬਾਕੀ ਜੂਨਾਂ ਮਨੁੱਖ ਦਾ ਪਾਣੀ ਭਰਨ ਵਾਲੀ ਹੈ। ਇੱਥੋਂ ਤੱਕ ਕਿ ਖੂੰਖਾਰ ਸ਼ੇਰ ਵੀ ਮਨੁੱਖ ਦੇ ਇਸ਼ਾਰਿਆਂ ਤੇ ਨੱਚਦਾ ਹੈ। ਸਰਕਸ ਦੇ ਵਿੱਚ ਚੀਤੇ ਨੱਚਦੇ ਹਨ। ਕਿਉਂ? ਕਿਉਂਕਿ ਮਨੁੱਖ ਕੋਲ ਜੁਗਤ ਹੈ। ਹਾਥੀ ਨੂੰ ਮਨੁੱਖ ਆਪਣੇ ਵਾਸ ਵਿੱਚ ਕਰ ਲੈਂਦਾ ਹੈ।
ਸਹਿਬ ਕਹਿੰਦੇ ਅੱਤ ਸਿਆਣੀ ਮੱਛੀ ਦੀ ਨਿਆਈ ਹੈ ਜੀਵ ਰੂਪ ਇਸਤਰੀ। ਇਹ ਜੀਵ ਹੈ ਤਾਂ ਸਿਆਣੀ ਤੇ ਸੋਹਣੀ ਵੀ ਸੀ, ਖੂਬਸੂਰਤ ਵੀ ਸੀ। ਤੇ ਪਰ ਸਾਹਿਬ ਕਹਿੰਦੇ ਕਿਉਂ ਕੀਤੋ ਵਿਸਾਹੋ, ਇਹਨੇ ਵਿਸਾਹ ਵਿਸ਼ਵਾਸ ਕਿਉਂ ਕਰ ਲਿਆ, ਭਰੋਸਾ ਕਿਉਂ ਕਰ ਲਿਆ ਕਿ ਇਸ ਸਮੁੰਦਰ ਸੰਸਾਰ ਚ ਰਹਿੰਦਿਆਂ ਮੇਰੀ ਮੌਤ ਆਉਣੀ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਨਾ ਮਰਗੋ ਸੰਸਾਰ। ਇਹ ਬੰਦਿਆਂ ਦੀ ਕਿਰਤੀ ਹੈ ਕਿ ਅਸੀਂ ਨਹੀਂ ਮਰਨਾ, ਸੰਸਾਰ ਮਰ ਰਿਹਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਇੱਕ ਚਾਲੇ ਇੱਕ ਚਾਲਸੈ ਸਭ ਆਪਣੀ ਵਾਰ। ਇੱਕ ਤੁਰ ਗਏ ਇੱਕ ਤੁਰੇ ਜਾ ਰਹੇ ਨੇ ਆਪੋ ਆਪਣੀ ਵਾਰੀ ਅਨੁਸਾਰ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਾਵਨ ਬਚਨ ਆਸਾ ਜੀ ਦੀ ਵਾਰ ਵਿੱਚ ਹੈ, ਜਿਸ ਅੰਦਰ ਸਾਹਿਬਾਂ ਨੇ ਬੜੇ ਥਾਵਾਂ ਤੇ ਜ਼ਿਕਰ ਕੀਤਾ ਹੈ। ਕੋ ਰਹਿ ਨਾ ਭਰੀਏ ਪਾਈਏ, ਕਦੇ ਕੋਈ ਪਾਈ ਭਰੀ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਇਹ ਸਵਾਸਾਂ ਦੀ ਪਾਈ ਭਰੀ ਹੈ, ਇੱਕ ਦਿਨ ਖਾਲੀ ਹੋ ਜਾਣੀ ਹੈ। ਖਾਲੀ ਹੋਗੀ ਤੇ ਮੌਤ ਨੇ ਆਪਣਾ ਮੂੰਹ ਵਿਖਾਉਣਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿੰਦ ਨਮਾਨੀ ਕੱਢੀਏ ਹੱਡਾਂ ਕੋ ਕੜਕਾਏ। ਕੜਕਾ ਕਰਕੇ ਸਾਹੇ ਲਿਖੇ ਨਾ ਚਲਨੀ ਜਿੰਦੂ ਕੋ ਸਮਝਾਏ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਉਹ ਪਰਮਾ ਕੇ ਵਿਆਹ ਕੇ ਲੈ ਜਾਵੇਗੀ ਮੌਤ ਕਾਲ ਇਸ ਜ਼ਿੰਦਗੀ ਨੂੰ, ਇਸ ਜੀਵ ਆਤਮਾ ਨੂੰ। ਇਸ ਦੇ ਲਈ ਕਿਉਂ ਕੀਤੋ ਵਿਸਾਹੋ, ਹੇ ਜੀਵ ਰੂਪ ਮੱਛੀ ਤੂੰ ਵਿਸਾਹ ਭਰੋਸਾ ਕਿਉਂ ਕਰ ਲਿਆ ਕਿ ਸੰਸਾਰ ਚ ਰਹਿੰਦਿਆਂ ਮੈਂ ਨਹੀਂ ਮਰਾਂਗੀ, ਮੈਨੂੰ ਕੋਈ ਫਿਕਰ ਨਹੀਂ ਹੈ। ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹੋ। ਇਸ ਕੀਤੇ ਹੋਏ ਵਿਸ਼ਵਾਸ ਭਰੋਸੇ ਦੇ ਕਾਰਨ ਸਾਹਿਬ ਕਿਤੇ ਪਾਕੜੀ ਦਰਦ ਪਕੜੀ ਗਈ, ਫੜੀ ਗਈ, ਕਾਲ ਦੇ ਜਾਲ 'ਚ ਫਸ ਗਈ। ਉਹ ਕਾਲ ਜਿਹੜਾ ਕਾਲ ਨਾ ਟਲੇ ਦਰਦ ਅਟਲ ਹੈ। ਕਾਲ ਨੂੰ ਕੋਈ ਟਾਲ ਨਹੀਂ ਸਕਦਾ। ਹਾਂ ਗੁਰੂ ਸਾਹਿਬ ਚਾਹਣ ਕੋਈ ਗੁਰੂ ਦੀ ਸ਼ਰਨ ਵਿੱਚ ਆਵੇ ਤੇ ਕਾਲ ਟਲ ਸਕਦਾ ਹੈ। ਵੈਸੇ ਕਾਲ ਅਟਲ ਹੈ, ਕਿਸੇ ਵਿੱਚ ਉਹ ਸ਼ਕਤੀ ਸਮਰੱਥਾ ਨਹੀਂ ਕਿ ਕੋਈ ਕਾਲ ਨੂੰ ਟਾਲ ਸਕੇ। ਔਰ ਉਹਦੇ ਵਿੱਚ ਸਮਰੱਥਾ ਹੈ ਜਿਹਦੇ ਕਾਲ ਅਧੀਨ ਹੈ। ਸਾਹਿਬ ਕਹਿੰਦੇ ਕਾਲ ਨਾ ਟਲੇ ਸਿਰਾਹੋ, ਸਿਰਾਹੋ ਕਹਿੰਦੇ ਸਿਰ ਤੋਂ। ਹਰ ਬੰਦੇ ਦੇ ਸਿਰ ਉੱਪਰ ਕਾਲ ਮੌਤ ਮੰਡਰਾਉਂਦੀ ਹੈ ਤੇ ਇਹ ਕਾਲ ਕਦੀ ਕਿਸੇ ਦੇ ਸਿਰ ਤੋਂ ਟਲਦਾ ਨਹੀਂ ਹੈ, ਪਾਸੇ ਨਹੀਂ ਹਟਦਾ। ਇੱਕ ਨਾ ਇੱਕ ਦਿਨ ਜੀਵ ਨੂੰ ਭਖੜ ਕਰ ਜਾਂਦਾ ਹੈ, ਜੀਵ ਦਾ ਭੋਜਨ ਬਣਾ ਕੇ ਕਾਲ ਖਾ ਜਾਂਦਾ ਹੈ। ਭਾਈ ਦੇ ਇਹੋ ਸਿਰ ਜਾਣੋ ਕਾਲ। ਜਿਵੇਂ ਮੱਛੀ ਭਰੋਸਾ ਕਰ ਬੈਠੀ ਕਿ ਸਮੁੰਦਰ ਵਿੱਚ ਮੇਰੀ ਮੌਤ ਨਹੀਂ, ਕਿੰਨੇ ਜਾਲ ਪਾਉਣਾ ਹੈ। ਉਹਨੂੰ ਨਹੀਂ ਸੀ ਪਤਾ ਕਿ ਜਾਲ ਪਾਉਣ ਵਾਲੇ ਸਪੈਸ਼ਲ ਜਹਾਜ਼ ਖਰੀਦ ਲੈਣੇ ਨੇ, ਕਿਸ਼ਤੀਆਂ ਖਰੀਦ ਲੈਣੀਆਂ ਤੇ ਵਿਚਕਾਰ ਜਾ ਕਰਕੇ ਮਛੇਰਿਆਂ ਨੇ ਪਤਾ ਨਹੀਂ ਕਿੱਥੇ ਜਾਲ ਸੁੱਟ ਦੇਣਾ। ਇਹ ਮੱਛੀ ਦੇ ਉਦਾਹਰਨ ਦੇ ਕੇ ਸਾਹਿਬ ਕਹਿੰਦੇ ਭਾਈ ਰੇ, ਹੇ ਭਰਾਵੋ, ਹੇ ਮਿੱਤਰੋ, ਵੀਰੋ, ਇਉਂ ਸਿਰ ਜਾਣੋ ਕਾਲ। ਇਉਂ ਇਸ ਤਰ੍ਹਾਂ ਆਪਣੇ ਸਿਰ ਦੇ ਉੱਪਰ ਕਾਲ ਮੌਤ ਨੂੰ ਚਾਨਣਾ ਕਰੋ ਕਿ ਪਤਾ ਨਹੀਂ ਕਦੋਂ ਆ ਜਾਏ। ਹਰੀ ਨਹੀਂ ਨਹਿ ਗੱਡਰੀ ਪੱਕੀ ਵੱਡਨ ਹਾਰ। ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁੜ ਮਿਲਿਆ ਖੇਤਾਰ। ਇਹ ਸਰੀਰ ਖੇਤ ਨੂੰ ਲੁਣ ਕਰਕੇ ਉਹਨਾਂ ਲਾਵਿਆਂ ਜਮਦੂਤਾਂ ਨੇ ਵੱਢ ਦੇਣਾ ਹੈ। ਸੋ ਇਸ ਵਾਸਤੇ ਕਾਲ ਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ। ਪਰ ਮਨੁੱਖ ਭੁੱਲ ਜਾਂਦਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕੀ ਕੁਛ ਯਾਦ ਹੈ? ਖਾਣਾ ਬੰਦੇ ਨੂੰ ਯਾਦ ਹੈ, ਪੀਣਾ ਯਾਦ ਹੈ, ਹੱਸਣਾ ਯਾਦ ਹੈ, ਸੌਣਾ ਯਾਦ ਹੈ। ਭੁੱਲ ਕੀ ਗਿਆ ਹੈ? ਵਿਸਰ ਗਿਆ ਹੈ ਮਰਨਾ। ਮੌਤ ਭੁੱਲ ਗਈ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਮਾਲਕ ਨੂੰ ਹੀ ਭੁਲਾ ਦਿੰਦਾ ਜਿਸ ਕਰਕੇ ਖੱਜਲ ਖੁਆਰੀ ਪੱਲੇ ਪਈ। ਸਾਹਿਬ ਫਰਮਾ ਰਹੇ ਨੇ ਭਾਈ ਕਾਲ ਤੇ ਮੌਤ ਨੂੰ ਸਿਰ ਉੱਪਰ ਇਸ ਤਰ੍ਹਾਂ ਮੰਡਰਾਉਂਦਾ ਹੋਇਆ ਖਲੋਤਾ ਹੋਇਆ ਜਾਣਨਾ ਸਮਝਣਾ ਕਰੋ ਜਿਵੇਂ ਪਾਣੀ ਵਿੱਚ ਕੋਈ ਜਾਲ ਸੁੱਟ ਦਵੇ ਤੇ ਅਚਾਨਕ ਮੱਛੀ ਨੂੰ ਫੜ ਕੇ ਉਹਨੂੰ ਭੋਜਨ ਬਣਾ ਲੈਂਦਾ ਹੈ। ਇਸੇ ਤਰ੍ਹਾਂ ਹੀ ਕਾਲ ਤੁਹਾਡੇ ਸਿਰ ਉੱਪਰ ਕੂਕਦਾ ਹੈ। ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਜਿਵੇਂ ਮੱਛੀ ਹੈ ਤਿਉ ਮਾਨਸਾ। ਮਾਨਸਾ ਕਹਿੰਦੇ ਮਨੁੱਖ ਨੂੰ। ਮਨੁੱਖ ਵੀ ਮੱਛੀ ਵਰਗਾ ਹੈ।
ਜਿਵੇਂ ਮੱਛੀ ਨੂੰ ਅਚਾਨਕ ਜਾਲ ਪੈ ਜਾਂਦਾ ਹੈ, ਫੜੀ ਜਾਂਦੀ, ਇਸੇ ਤਰ੍ਹਾਂ ਹੀ ਪਵੇ ਅਚਿੰਤਾ ਜਾਲ। ਅਚਿੰਤਾ ਅਚਨ ਅਚੇਤ, ਅਚਾਨਕ ਹੀ ਮੌਤ ਦਾ ਜਾਲ ਆ ਕਰਕੇ ਪੈ ਜਾਂਦਾ ਹੈ ਤੇ ਜੀਵ ਨੂੰ ਉਹ ਕਾਲ ਮਾਰ ਕਰਕੇ ਮੌਤ ਦੇ ਜਾਲ 'ਚ ਫਸਾ ਕੇ ਪਰਲੋਕ ਨੂੰ ਲੈ ਜਾਂਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਸਭ ਜਗ ਬਾਦੂ ਕਾਲ ਤੂੰ ਬਿਨ ਗੁਰ ਕਾ ਅਵਾਰ। ਕੋਈ ਇੱਕ ਜੀਵ ਨਹੀਂ, ਸਭ ਜਗ ਸਾਰਾ ਸੰਸਾਰ ਸਾਹਿਬ ਕਿਤੇ ਕਾਲ ਦਾ ਬੱਧਾ ਹੋਇਆ ਹੈ। ਕਾਲ ਸ਼ਬਦ ਬਾਣੀ ਵਿੱਚ ਖਾਸ ਕਰਕੇ 3-4 ਅਰਥ ਰੱਖਦਾ ਹੈ। ਕਾਲ ਦਾ ਅਰਥ ਸਮਾਂ ਵੀ ਹੁੰਦਾ ਹੈ, ਕਾਲ ਦਾ ਅਰਥ ਮੌਤ ਵੀ ਹੈ, ਕਾਲ ਦਾ ਅਰਥ ਕੱਲ ਵੀ ਹੈ। ਕੱਲ ਦਾ ਜਦ ਆਉਣ ਵਾਲਾ ਦਿਨ ਜਾਂ ਬੀਤ ਚੁੱਕਾ ਦਿਨ, ਕੱਲ ਦਾ ਦਿਨ, ਇਹਦੇ ਵਾਸਤੇ ਵੀ ਸਾਹਿਬਾਂ ਨੇ ਬਾਣੀ 'ਚ ਕਾਲ ਸ਼ਬਦ ਵਰਤਿਆ ਹੈ। ਸਾਰਾ ਸੰਸਾਰ ਕਾਲ ਦਾ ਬੱਧਾ ਹੋਇਆ ਹੈ। ਬਿਨਾਂ ਗੁਰੂ ਦੀ ਸ਼ਰਨ ਤੋਂ ਜਿਹੜਾ ਕਾਲ ਹੈ ਇਹ ਅਫਾਰ ਹੋਇਆ ਫਿਰਦਾ, ਆਪਰਿਆ ਫਿਰਦਾ। ਅਫਾਰ ਦਾ ਅਰਥ ਹੈ ਅਬੋੜ ਹੈ। ਇਸ ਕਾਲ ਨੂੰ ਕੋਈ ਮੋੜ ਨਹੀਂ ਸਕਦਾ। ਸੱਚ ਰਤੇ ਸੇ ਉਗਰੇ ਦੁਗਦਾ ਛੋੜ ਵਿਕਾਰ। ਜਿਹੜੇ ਗੁਰਮੁਖ ਜਨ ਸੱਚ ਰਤੇ, ਸੱਚੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਰੰਗ ਦੇ ਚਰਤੇ ਰੰਗੇ ਗਏ, ਸੇ ਉਭਰੇ ਉਹ ਕਾਲ ਦੀ ਫਾਹੀ ਤੋਂ ਉਭਰੇ ਬਚ ਗਏ। ਉਹਨਾਂ ਦਾ ਬਚਾਅ ਹੋ ਗਿਆ। ਦੁਬਦਾ ਛੋੜ ਵਿਕਾਰ, ਦੁਬਦਾ ਨੂੰ ਤੇ ਵਿਕਾਰਾਂ ਨੂੰ ਛੱਡ ਕਰਕੇ। ਦੁਬਦਾ ਬੌਰੀ ਮਨ ਬੌਰਾਇਆ। ਦੁਬਦਾ ਹੈ ਹੀ ਝੱਲਾਪਨ ਪੈਦਾ ਕਰਨ ਵਾਲੀ। ਤਾਂ ਹੀ ਇਹ ਸਾਹਿਬ ਕਹਿੰਦੇ ਇਸ ਦੁਬਦਾ ਘਰ ਬਹੁਤੇ ਗਾਲੇ। ਇਸ ਦੁਬਦਾ ਨੇ ਪਤਾ ਨਹੀਂ ਕਿੰਨੇ ਹਿਰਦੇ ਘਰਾਂ ਨੂੰ ਗਾਲ ਸੁੱਟਿਆ। ਗੁਰੂ ਨਾਨਕ ਦੇ ਪਾਤਸ਼ਾਹ ਦਾ ਵਚਨ ਹੈ, ਦੁਬਦਾ ਨਾ ਪੜੋ ਹਾਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਦੁਬਦਾ ਵਿੱਚ ਨਾ ਭਾਈ ਪੈਦਾ ਕਰੋ। ਇਸ ਦੁਬਦਾ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਦੁਬਦਾ ਦਾ ਅਰਥ ਹੁੰਦਾ ਦੁਚਿੱਤਾਪਨ, ਮਨ ਦਾ ਖਿੜਾ। ਛੋੜ ਵਿਕਾਰ, ਉਹਨਾਂ ਗੁਰਮੁਖਾਂ ਨੇ ਵਿਕਾਰ ਤੇ ਦੁਬਦਾ ਦਾ ਤਿਆਗ ਕਰਕੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਾਲ ਤੋਂ ਆਪਣਾ ਬਚਾਅ ਕਰ ਲਿਆ। ਹਉ ਤਿਨ ਕੈ ਬਲਿਹਾਰ ਲੈ ਗਲ ਸੱਚਾ ਸਚਿਆਰ। ਸਾਹਿਬ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਾਂ ਜਿਹੜੇ ਸੱਚੇ ਦੇ ਦਰ ਤੇ ਸਚਿਆਰ ਹੁੰਦੇ ਹਨ। ਸਚਿਆਰ ਦਾ ਅਰਥ ਹੁੰਦਾ ਜਿਹੜਾ ਸੱਚ ਨੂੰ ਧਾਰਨ ਵਾਲਾ, ਸੱਚ ਨੂੰ ਕਮਾਉਣ ਵਾਲਾ ਹੋਵੇ। ਸੱਚੋ ਹੋਰ ਹੈ ਸਭ ਕੋ ਉਪਰ ਸੱਚ ਅਚਾਰ। ਸਚਿਆਰ ਸਿੱਧਾ ਪੁੱਛਿਆ ਸੀ ਨਾ ਕਿ ਸਚਿਆਰਾ ਹੋਈ ਹੈ। ਸਚਿਆਰ ਕਿਵੇਂ ਬਣਿਆ ਜਾ ਸਕਦਾ? ਕਿ ਕੂੜਾ ਟੁੱਟੇ ਪਾਰ ਝੂਠ ਦੀ ਕੰਧ ਕਿਵੇਂ ਟੁੱਟ ਸਕਦੀ? ਸਾਹਿਬ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਜਿਹੜੇ ਸਚਿਆਰ ਹਨ ਸਾਹਿਬ ਕਹਿੰਦੇ ਉਹ ਸੱਚੇ ਦੇ ਦਰ ਤੇ ਪਹੁੰਚ ਜਾਂਦੇ। ਅਸੀਂ ਉਹਨਾਂ ਤੋਂ ਸਦਕੇ ਹਾਂ। ਸੀਜਾਨੇ ਜਿਉ ਪੰਖੀਆ ਜਾਲੀ ਬਦਕ ਹਾਥ। ਸਿਜਾਨੇ ਪੰਛੀ ਦਾ ਨਾਮ ਹੈ। ਵੈਸੇ ਉਹਨੂੰ ਬਾਜ ਵੀ ਕਹਿੰਦੇ ਹਨ, ਪਰ ਬਾਜ ਤੋਂ ਛੋਟਾ ਹੁੰਦਾ ਹੈ ਆਕਾਰ ਵਿੱਚ ਤੇ ਸ਼ਿਕਾਰੀ ਲੋਕ ਉਹਨੂੰ ਸ਼ਿਕਾਰ ਦੇ ਵਾਸਤੇ ਵਰਤਦੇ ਨੇ। ਇਹ ਅਸਮਾਨ ਦਾ ਸ਼ਿਕਾਰੀ ਹੈ। ਸੋ ਜਿਵੇਂ ਸਿਜਾਨੇ ਉਹ ਸ਼ਿਕਾਰੀ ਪੰਛੀ ਪੰਛੀਆਂ ਦੇ ਉੱਪਰ ਅਚਨਚੇਤ ਹਮਲਾ ਕਰ ਦਿੰਦਾ ਹੈ। ਸਾਹਿਬਾਂ ਦਾ ਪਾਵਨ ਬਾਣੀ ਵਿੱਚ ਇੱਕ ਬਚਨ ਭਗਤ ਰਸਨਾ ਤੋਂ ਹੈ, ਕੇਲ ਕਰਿੰਦੇ ਹੰਝਨੋਂ ਅਚਿੰਤੇ ਬਾਜ ਪੈ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ। ਅਚਾਨਕ ਆ ਕਰਕੇ ਹਮਲਾ ਹੋ ਗਿਆ। ਸੋ ਜਿਵੇਂ ਸਿਜਾਨਾ ਪੰਛੀ ਪੰਖੀਆਂ ਦੇ ਉੱਪਰ ਹਮਲਾ ਕਰਦਾ ਹੈ, ਜਾਲੀ ਬਦਕ ਹਾਥ। ਜਾਲੀ ਦਾ ਅਰਥ ਇੱਥੇ ਹੈ ਜਾਲ। ਬਦਕ ਕਹਿੰਦੇ ਸ਼ਿਕਾਰੀ ਦੇ ਹੱਥ ਵਿੱਚ ਜਿਵੇਂ ਜਾਲ ਹੁੰਦਾ ਹੈ, ਉਹ ਜੀਵਾਂ ਨੂੰ ਚੋਗਾ ਪਾ ਕੇ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ। ਇਹ ਤੀਜੀ ਉਦਾਹਰਨ ਦਿੱਤੀ ਹੈ, ਪਹਿਲੀ ਮੱਛੀ ਦੀ, ਦੂਜੀ ਸਿਜਾਨੇ ਪੰਛੀ, ਔਰ ਤੀਜੀ ਫਿਰ ਬਦਕ ਜਿਹੜਾ ਸ਼ਿਕਾਰੀ ਧਰਤੀ ਦੇ ਵਿੱਚ ਵਾਲਾ ਜੀਵਾਂ ਨੂੰ ਫੜਦਾ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ ਮੌਤ ਹਰ ਇੱਕ ਦੇ ਸਿਰ ਉੱਪਰ ਮੰਡਰਾਉਂਦੀ ਹੈ। ਗੁਰ ਰਾਖੇ ਸੇ ਉਪਰੇ ਰੂਰ ਪਾਥੇ ਚੋਕੈ ਸਾਥ। ਜਿਨ੍ਹਾਂ ਨੂੰ ਸਤਿਗੁਰੂ ਨੇ ਰੱਖ ਲਿਆ, ਸਾਹਿਬ ਕਹਿੰਦੇ ਸੇ ਉਪਰੇ ਉਹ ਕਾਲ ਦੀ ਫਾਹੀ ਤੋਂ ਬਚ ਗਏ, ਉਹ ਮੋਹ ਵਿੱਚ ਫਸਣ ਤੋਂ ਬਚ ਗਏ। ਹੋਰ ਫਾਥੇ, ਹੋਰ ਜਿੰਨੇ ਜੀਵ ਨੇ ਫਾਥੇ ਦਾ ਅਰਥ ਹੈ ਫਸ ਗਏ। ਫਸ ਕਿਉਂਕਿ ਚੋਗਾ ਜੋ ਪਾਇਆ ਸੀ, ਵਿਕਾਰਾਂ ਦਾ ਵੀ ਚੋਗਾ ਹੈ।
ਵਿਕਾਰਾਂ ਦਾ ਚੋਗਾ ਚੁਗਣ ਵਾਸਤੇ ਉਹਦੇ ਸਾਥ ਨਾਲ ਹੋ ਕਰਕੇ ਜੀਵ ਫਸ ਗਏ। ਜਿਨ ਨਾਵੈ ਤੁਣ ਸੁਟੀ ਹੈ ਕੋਏ ਨ ਸੰਗੀ ਸਾਥ। ਇਹ ਭਾਈ ਬਿਨਾ ਨਾਮ ਸਿਮਰਨ ਤੋਂ, ਬੰਦਗੀ ਤੋਂ, ਸਿਮਰਨ ਸਾਧਨਾ ਤੋਂ, ਨੇਕ ਕਮਾਈ ਤੋਂ ਚੁਣ ਸੁੱਟੀਏ। ਚੁਣ ਚੁਣ ਕਰਕੇ ਜੀਵਾਂ ਨੂੰ ਨਰਕਾਂ ਵਿੱਚ ਸਹਿਬ ਕੇ ਸੁੱਟਿਆ ਜਾਂਦਾ ਹੈ। ਉਹਨਾਂ ਨਰਕਾਂ ਵਿੱਚ ਪਿਆ ਹੋਇਆ ਜੀਵਾਂ ਦੀ ਕੋਈ ਨਾ ਸੰਗੀ ਸਾਥ, ਕੋਈ ਬਾਤ ਨਹੀਂ ਜੀ ਪੁੱਛਦਾ, ਕੋਈ ਉੱਥੇ ਸੰਗੀ ਸਾਥੀ ਨਹੀਂ ਹੁੰਦਾ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੋ ਆਪ ਸੱਚਾ ਹੈ ਤੇ ਸੱਚਾ ਆਖੀ, ਉਹਦਾ ਨਾਮ ਵੀ ਸੱਚਾ ਆਖਿਆ ਜਾਂਦਾ ਹੈ। ਸੱਚੇ ਦਾ ਸੱਚਾ ਥਾਨ, ਸਾਧ ਸੰਗਤ ਰੂਪੀ ਸਥਾਨ, ਸੱਚਖੰਡ ਰੂਪੀ ਸਥਾਨ ਵੀ ਉਸ ਦਾ ਸੱਚਾ ਹੈ। ਜਿਨੇ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਜਿਨ੍ਹਾਂ ਗੁਰਮੁਖ ਜਨਾਂ ਨੇ ਸੱਚੇ ਦੇ ਨਾਮ ਦਾ ਮੰਨਣ ਕਰ ਲਿਆ, ਨਾਮ ਨੂੰ ਮੰਨ ਲਿਆ, ਸੱਚੇ ਨੂੰ ਮੰਨ ਲਿਆ ਨਾ, ਸਾਹਿਬ ਕਹਿੰਦੇ ਉਹਨਾਂ ਦੇ ਮਨ 'ਚ ਸੱਚ ਦਾ ਧਿਆਨ ਪ੍ਰਾਪਤ ਹੋ ਜਾਂਦਾ। ਉਹ ਸੱਚ ਦੇ ਧਿਆਨ ਵਿੱਚ ਲੀਨ ਹੋ ਜਾਂਦੇ ਹਨ। ਮਨ ਮੁਖ ਸੂਚੇ ਜਾਣੀਐ ਗੁਰਮੁਖ ਦਿਨਾ ਗਿਆਨ। ਹੁਣ ਸੁੱਚੇ ਕਿਹੜੇ ਹਨ? ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੰਕਤੀ 'ਚ ਦੱਸ ਦਿੱਤਾ ਹੈ। ਮਾਨੇ ਮੁਖ, ਇਹ ਪਾਠ ਵੱਖਰਾ ਵੱਖਰਾ ਕਰਕੇ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਇਸ ਤਰ੍ਹਾਂ ਇਹਦਾ ਉਚਾਰਨ ਕੀਤਾ ਜਾਂਦਾ ਹੈ। ਜਿੱਥੇ ਵੀ ਮੰਮਾ ਨੰਨੇ ਨੂੰ ਸਿਹਾਰੀ ਲੱਗੀ ਹੋਵੇ ਉੱਥੇ ਮਾਨ ਮੁਖ, ਜਿੱਥੇ ਨੰਨਾ ਮੁਕਤਾ ਹੋਵੇ ਉੱਥੇ ਸਿੱਧਾ ਹੀ ਦਾ ਉਚਾਰਨ ਹੁੰਦਾ ਹੈ ਮਨ ਮੁਖ। ਇੱਥੇ ਭਾਵ ਹੈ ਮਨ ਕਰਕੇ ਤੇ ਮੁਖ ਦਾ ਅਰਥ ਹੈ ਮੂੰਹ ਕਰਕੇ। ਉਹ ਮਨ ਕਰਕੇ ਤੇ ਮੂੰਹ ਕਰਕੇ ਸੂਚੇ ਜਾਣੀਏ, ਸੁੱਚੇ ਪਵਿੱਤਰ ਜਾਣੇ ਜਾਂਦੇ ਹਨ। ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਰੱਬੀ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ। ਗੁਰੂ ਬਖਸ਼ਿਆ ਹੋਇਆ ਗਿਆਨ ਸੋਝੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਸਾਹਿਬ ਕਹਿੰਦੇ ਉਹ ਮਨ ਕਰਕੇ ਵੀ ਤੇ ਤਨ ਕਰਕੇ ਵੀ। ਤਨ ਜਿਹੜਾ ਹੈ, ਮੁਖ ਜਿਹੜਾ ਤਨ ਵਿੱਚ ਆਉਂਦਾ ਹੈ। ਮਨ ਤੋਂ ਭਾਵ ਆਤਮਾ ਵੀ ਹੈ ਬਾਣੀ ਦੇ ਅੰਦਰ। ਸੋ ਉਹ ਮਨ, ਬਾਣੀ, ਤਨ, ਸਰੀਰ ਸਾਰੇ ਤਰ੍ਹਾਂ ਕਰਕੇ ਹੀ ਸੂਚੇ ਜਾਣੀਏ, ਸੁੱਚੇ ਤੇ ਪਵਿੱਤਰ ਜਾਣੇ ਜਾਂਦੇ ਹਨ। ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਗੁਰੂ ਬਖਸ਼ਿਆ ਹੋਇਆ ਗਿਆਨ ਪ੍ਰਾਪਤ ਹੋ ਗਿਆ। ਗਿਆਨ ਦੇ ਬਾਰੇ ਸਾਹਿਬਾਂ ਨੇ ਬਾਣੀ ਅੰਦਰ ਥਾਵਾਂ ਥਾਵਾਂ ਤੇ ਜ਼ਿਕਰ ਕੀਤਾ ਕਿ ਗਿਆਨ ਜਦੋਂ ਪ੍ਰਾਪਤ ਹੋ ਜਾਵੇ, ਗਿਆਨ ਇੱਕ ਉਹ ਸੁਰਮਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਉੱਥੋਂ ਅਗਿਆਨਤਾ ਦਾ ਹਨੇਰਾ ਚੁੱਕਿਆ ਜਾਂਦਾ, ਦੂਰ ਹੋ ਜਾਂਦਾ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੋਠ ਰਾਗ ਵਿੱਚ ਵੀ ਜ਼ਿਕਰ ਕੀਤਾ, ਗੁਰ ਪੂਰਾ ਭੇਟਿਓ ਵਡਭਾਗੀ, ਮਨਿ ਭਇਆ ਪ੍ਰਗਾਸਾ। ਪ੍ਰਕਾਸ਼ ਦਾ ਅਰਥ ਵੀ ਗਿਆਨ, ਰੌਸ਼ਨੀ, ਪ੍ਰਕਾਸ਼ ਹੈ। ਸੋ ਗੁਰਮੁਖ ਜਿਨ੍ਹਾਂ ਗਿਆਨ, ਜਿਨ੍ਹਾਂ ਗੁਰਮੁਖ ਜਨਾਂ ਨੂੰ ਅਣਭਵੀ ਗਿਆਨ, ਰੱਬੀ ਗਿਆਨ ਪ੍ਰਾਪਤ ਹੋ ਗਿਆ, ਉਹੀ ਮਨ ਕਰਕੇ ਤੇ ਮੁਖ ਕਰਕੇ ਸੰਸਾਰ ਦੇ ਅੰਦਰ ਸੁੱਚੇ ਤੇ ਪਵਿੱਤਰ ਜਾਣੇ ਜਾਂਦੇ ਹਨ। ਇੱਥੋਂ ਤੱਕ 4 ਬੰਦਾਂ ਦੀ ਵਿਚਾਰ ਹੋਈ ਹੈ। ਸਿਸ ਪਾਵਨ ਸ਼ਬਦ ਦੇ 8 ਬੰਦ ਹਨ। ਅੱਗੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਲ ਦਾ ਜ਼ਿਕਰ ਕੀਤਾ ਹੈ ਤੇ ਨਾਲ ਕਾਲ ਤੋਂ ਬਚਣ ਦਾ ਸਾਹਿਬਾਂ ਨੇ ਸਾਧਨ ਮਾਧਿਅਮ ਤੇ ਵਸੀਲਾ ਵੀ ਦੱਸ ਦਿੱਤਾ ਕਿ ਕਾਲ ਦੀ ਆਹੀ ਤੋਂ, ਕਾਲ ਦੇ ਭੈ ਤੋਂ, ਕਾਲ ਦੇ ਡਰ ਤੋਂ ਮਨੁੱਖ ਕਿਵੇਂ ਬਚ ਸਕਦਾ ਹੈ। ਸੇਧੀ ਵਿਚਾਰ ਆਪਾਂ ਆਉਣ ਵਾਲੇ ਸਮੇਂ ਅੰਦਰ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਹੋਇਆ ਪਾਵਨ ਕਲਿਆਣਕਾਰੀ ਉਪਦੇਸ਼ ਸਾਡੇ ਮਨ, ਬੁੱਧ, ਚਿੱਤ, ਹਿਰਦੇ ਵਿੱਚ ਵਸ ਜਾਵੇ। ਜੀਵਨ ਕਾਲ ਵਿੱਚ ਵਿਚਰਦਿਆਂ ਸਾਹਿਬਾਂ ਜੀ ਦਾ ਪਾਵਨ ਉਪਦੇਸ਼ ਕਮਾ ਸਕੀਏ। ਸਾਹਿਬਾਂ ਜੀ ਦੀ ਪਾਵਨ ਬਾਣੀ ਆਗਾਧ ਬੋਧ ਹੈ। ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਦੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ ਜੀ। ਜਿਨੇ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ